ਧਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹਿਓ ਭਾਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪਰਤਖ ਹਰ। ਜਿਨਾ ਨ ਵਿਸਰੈ ਨਾਮ, ਸੇ ਕਿਨੇਹਿਆ। ਭੇਦ ਨ ਜਾਣੋ ਮੂੜ, ਸਾਈਂ ਜੇਹਿਆ। ਭੇਦ ਨਾ ਜਾਣੋ ਮੂੜ, ਸਾਈਂ ਜੇਹਿਆ। ਧੰਨ ਵਾਹਿਗੁਰੂ ਜੀ। ਗੁਰੂ ਗਰੀਬ ਨਵਾਜ, ਆਸਾ ਸੰਤ ਤੁਝੀ ਤਨ, ਸੰਗਤ ਪ੍ਰਾਨ। ਸਤਿਗੁਰ ਗਿਆਨ ਜਾਣੈ, ਸੰਤ ਦੇਵਾ ਦੇਵ। ਸੰਤ ਤੁਝੀ ਤਨ, ਸੰਗਤ ਪ੍ਰਾਨ। ਸਤਿਗੁਰ ਗਿਆਨ ਜਾਣੈ, ਸੰਤ ਦੇਵਾ ਦੇਵ। ਸੰਤ ਚੀ ਸੰਗਤ, ਸੰਤ ਕਥਾ ਰਸ। ਸੰਤ ਪ੍ਰੇਮ ਮਾਝੈ, ਦੀਜੈ ਦੇਵਾ ਦੇਵ। ਰਹਾਉ ਸੰਤ ਆਚਰਣ, ਸੰਤ ਚੋ ਮਾਰਗ। ਸੰਤ ਚੋ ਓਲਗ ਓਲਗਣੀ, ਔਰ ਇਕ ਮੰਗੋ ਭਗਤ ਚਿੰਤਾਮਣ। ਜਣੀ ਲਖਾਵਹੁ ਅਸੰਤ ਪਾਪੀ ਸਣ। ਰਵਿਦਾਸ ਭਣੈ ਜੋ ਜਾਣੈ ਸੋ ਜਾਣ। ਸੰਤ ਅਨੰਤ ਹੈ ਅੰਤਰ ਨਾਹੀ। ਰਵਿਦਾਸ ਭਣੈ ਜੋ ਜਾਣੈ ਸੋ ਜਾਣ। ਸੰਤ ਅਨੰਤ ਹੈ ਅੰਤਰ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਸਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਸ਼ਰਵਣ ਕਰਕੇ ਮਹਾਰਾਜ ਦੇ ਪਾਵਨ ਉਪਦੇਸ਼ ਨਾਲ ਸਾਂਝ ਬਣਾ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਅਤੇ ਸਾਰਥਕ ਕਰ ਰਹੇ ਹੋ। ਬਾਬਾ ਰਵਿਦਾਸ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ, ਜਿਹੜੇ ਕਿ ਵੱਖ-ਵੱਖ ਰਾਗਾਂ ਵਿੱਚ, ਤਕਰੀਬਨ 16 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਦਰ 40 ਸ਼ਬਦ ਭਗਤ ਰਵਿਦਾਸ ਸਾਹਿਬ ਜੀ ਦੇ ਦਰਜ ਹਨ। ਇਸੇ ਤਰ੍ਹਾਂ ਹੀ ਆਪਾਂ ਕੱਲ੍ਹ ਦੇ ਦੀਵਾਨ ਤੋਂ ਆਸਾ ਰਾਗ ਦੇ ਵਿੱਚ ਜੋ ਭਗਤ ਜੀ ਦੇ ਉਚਾਰਨ ਕੀਤੇ ਹੋਏ ਮੁਬਾਰਕ ਸ਼ਬਦ ਦਰਜ ਨੇ, ਜਿਨ੍ਹਾਂ ਦੀ ਗਿਣਤੀ ਕੁੱਲ 6 ਹੈ, ਉਹ ਆਰੰਭ ਕੀਤੇ ਹਨ। ਦੂਸਰਾ ਸ਼ਬਦ ਇਸ ਰਾਗ ਦਾ ਆਪ ਜੀ ਨੇ ਪਾਠ ਦੇ ਰੂਪ ਵਿੱਚ ਸ਼ਰਵਣ ਕੀਤਾ ਹੈ।
ਸਮੁੱਚੇ ਹੀ ਸ਼ਬਦ ਦਾ ਇੱਕ ਕੇਂਦਰੀ ਭਾਵ ਹੈ, ਰੱਬੀ ਪਿਆਰੇ ਸਤ ਸੰਗੀ। ਤਿਨਾਂ ਦੇ ਜੀਵਨ ਦੀ ਮਹਾਨਤਾ ਔਰ ਤਿਨਾਂ ਦੀ ਸੰਗਤ ਪ੍ਰਾਪਤੀ ਦੇ ਹਿੱਤ ਬੜੀ ਬਿਨੈ ਅਰਦਾਸ ਰੂਪ ਵਿੱਚ ਇਹ ਸਮੁੱਚਾ ਸ਼ਬਦ ਭਗਤ ਸਾਹਿਬਾਨ ਜੀ ਨੇ ਉਚਾਰਨ ਕੀਤਾ ਹੈ। ਬਾਣੀ ਦੇ ਵਿੱਚ ਇਸ ਗੱਲ ਨੂੰ ਸਤਿਗੁਰੂ ਜੀ ਨੇ ਖਾਸ ਤੌਰ ਦੇ ਉੱਤੇ ਬਿਆਨ ਕੀਤਾ ਹੈ, ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਨ ਕੀ ਉਧਾਰੇ। ਇਹ ਠੀਕ ਹੈ ਕਿ ਸਾਡੀ ਸੁਰਤ ਨੇ ਵਿਚਾਰ ਦੀ ਸੰਗਤ ਕਰਨੀ ਹੁੰਦੀ ਹੈ। ਸਾਡੀ ਸੁਰਤ ਵਿੱਚ ਜਿਹੋ ਜਿਹਾ ਵਿਚਾਰ ਟਿਕ ਜਾਏਗਾ, ਉਸੇ ਤਰੀਕੇ ਦਾ ਹੀ ਸਾਡਾ ਜੀਵਨ ਘੜਿਆ ਜਾਏਗਾ। ਪਰ ਵਿਚਾਰ ਇਹ ਅਨੁਭਵ, ਇਹ ਵੀ ਕਈ ਵਾਰ ਬਾਹਰ ਦੇ ਇਨਵਾਇਰਮੈਂਟ, ਬਾਹਰ ਦੇ ਮਾਹੌਲ ਦੇ ਉੱਤੇ ਡਿਪੈਂਡ ਹੋ ਜਾਂਦਾ ਹੈ। ਹਾਲਾਂਕਿ ਸੰਸਾਰ ਪੱਧਰ ਉੱਤੇ ਐਸੀਆਂ ਉਦਾਹਰਨਾਂ ਵੀ ਸਾਨੂੰ ਮਿਲਦੀਆਂ ਨੇ ਵੀ ਹਰਨਾਕਸ਼ ਦੇ ਘਰ ਵਿੱਚ ਪ੍ਰਹਿਲਾਦ ਦਾ ਜਨਮ ਹੋਣਾ। ਹੁਣ ਹਰਨਾਕਸ਼ ਦਾ ਪਰਿਵਾਰ ਕੀ ਹੋਏਗਾ, ਬਾਪ ਕੈਸਾ ਹੈ, ਆਲੇ ਦੁਆਲੇ ਦਾ ਮਾਹੌਲ ਕੈਸਾ ਹੈ। ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਪ੍ਰਹਿਲਾਦ ਨੂੰ ਕੋਈ ਚੰਗਾ ਬੰਦਾ ਹੀ ਨਾ ਲੱਭਿਆ ਹੋਏ। ਹੋ ਸਕਦਾ ਮਾਂ ਨੇ ਘਰ ਤੋਂ ਇਹ ਗੱਲ ਕਹੀ ਹੋਏ, ਹੋ ਸਕਦਾ ਹੋਰ ਆਲੇ ਦੁਆਲੇ ਰਿਸ਼ਤੇਦਾਰੀ ਵਿੱਚ, ਸਾਕ ਸੰਬੰਧ ਵਿੱਚ, ਮਿਲਣ ਵਰਤਣ ਵਾਲਿਆਂ ਵਿੱਚ ਐਸੇ ਲੋਕ ਹੋਣਗੇ। ਕੀ ਪਤਾ ਵੀ ਕਿਸ ਦੀ ਸੰਗਤ ਕਿਸ ਵੇਲੇ ਕਿਸ ਉੱਤੇ ਕਿਹੋ ਜਿਹਾ ਅਸਰ ਕਰ ਜਾਏ। ਹਾਲਾਂਕਿ ਪਰਮ ਸੱਚ ਹੈ ਵੀ ਕਈ ਨੇਕ ਪੁਰਖਾਂ ਦੇ ਘਰ ਵੀ ਬਦ ਬੰਦਿਆਂ ਨੇ ਜਨਮ ਲਿਆ, ਉਹਨਾਂ ਦੇ ਕਰਮ ਬੜੇ ਬਦ ਸਨ, ਬੜੇ ਮਾੜੇ ਸਨ। ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਆਪਾਂ ਲੈ ਸਕਦੇ ਹਾਂ। ਸਿੱਖ ਤਾਰੀਖ ਵਿੱਚੋਂ ਹੀ ਲਈਆਂ ਜਾ ਸਕਦੀਆਂ ਨੇ, ਗੁਰੂ ਕਾਲ ਵਿੱਚੋਂ ਲਈਆਂ ਜਾ ਸਕਦੀਆਂ ਨੇ, ਜਿਨ੍ਹਾਂ ਨੂੰ ਅਸੀਂ ਨਾਇਕ ਨਹੀਂ ਮੰਨਦੇ, ਖਲਨਾਇਕ ਮੰਨਦੇ। ਪਰ ਇੱਥੇ ਸਮਝਣ ਗੋਚਰੀ ਗੱਲ ਇਹ ਹੈ ਵੀ ਦੋਵੇਂ ਚੀਜ਼ਾਂ ਹੀ ਪੈਰਾਲਲ ਸਫ਼ਰ ਕਰਦੀਆਂ ਨੇ, ਬਰਾਬਰ ਸਫ਼ਰ ਕਰਦੀਆਂ ਨੇ। ਇੱਕ ਤਾਂ ਹੈ ਵੀ ਤੁਹਾਡੀ ਸੁਰਤ ਚੰਗੇ ਵਿਚਾਰਾਂ ਦਾ ਨਾਲ ਸਾਂਝ ਕਰੇ, ਚੰਗੇ ਵਿਚਾਰਾਂ ਨਾਲ ਸੁਰਤ ਦਾ ਰਿਲੇਸ਼ਨ ਬਣੇ, ਜਿਸ ਨੂੰ ਸ਼ਬਦ ਸੁਰਤ ਦਾ ਸੰਬੰਧ ਕਹੇ ਬਾਣੀ। ਤੇ ਦੂਜਾ ਇਹ ਵੀ ਹੈ ਵੀ ਉਹ ਗਿਆਨ ਲੈਣ ਦਾ ਜਿਹੜਾ এনवायरमेंट ਹੈ ਬਾਹਰੀ ਤੌਰ ਦੇ ਉੱਤੇ, ਉਹ ਵੀ ਮੌਜੂਦ ਹੋਵੇ, ਉਹ ਵੀ ਮਾਹੌਲ ਬਣਿਆ ਹੋਇਆ ਹੋਵੇ, ਤਾਂ ਕਿ ਤੁਹਾਡਾ ਜੀਵਨ ਸਥਿਰ ਸਟੇਬਲ ਰਹਿ ਸਕੇ, ਵਿਸ਼ੇ ਵਿਕਾਰਾਂ ਦੀ ਭਟਕਣਾ ਤੋਂ ਬਚ ਕੇ ਮਨੁੱਖ ਚੰਗਾ ਅਭਿਆਸ, ਚੰਗੀ ਪ੍ਰੈਕਟਿਸ ਆਪਣੇ ਜੀਵਨ ਵਿੱਚ ਕਰ ਸਕੇ। ਤੋ ਇਹ ਕਈ ਵਾਰ ਇਸ ਤਰ੍ਹਾਂ ਵੀ ਵਾਪਰ ਜਾਂਦਾ ਹੈ। ਇਹ ਬੜੀ ਗੱਲ ਗੁੰਝਲਦਾਰ ਵੀ ਹੈ ਔਰ ਸਮਝਣ ਗੋਚਰੀ ਵੀ ਹੈ ਵੀ ਕੁਝ ਲੋਕਾਂ ਨੂੰ ਬਾਹਰ ਦਾ ਮਾਹੌਲ ਚੰਗਾ ਮਿਲ ਜਾਂਦਾ ਹੈ, ਪਰ ਉਹ ਸੁਰਤ ਕਰਕੇ ਉਸ ਗੱਲ ਨੂੰ ਪਿਕ ਨਹੀਂ ਕਰ ਪਾਉਂਦੇ। ਉਪਦੇਸ਼ ਉਹਨਾਂ ਦੀ ਸੁਰਤ ਵਿੱਚ ਰਚਦਾ ਨਹੀਂ। ਉਹਦਾ ਕਾਰਨ ਹੈ ਕਿ ਉਹਨਾਂ ਦੀ ਸੁਰਤੀ, ਉਹਨਾਂ ਦੀ ਲਗਨ ਕਿਤੇ ਹੋਰ ਲੱਗੀ ਰਹਿੰਦੀ ਹੈ। ਕੁਝ ਐਸੇ ਲੋਕ ਵੀ ਹਨ ਜਿਨ੍ਹਾਂ ਨੂੰ ਬਾਹਰ ਦਾ এনवायरमेंट ਬਹੁਤ ਘੱਟ ਚੰਗਾ ਮਿਲਦਾ ਹੈ, ਪਰ ਜਿੱਥੇ ਵੀ ਥੋੜਾ ਜਿਹਾ ਮਿਲਦਾ ਉੱਥੋਂ ਵੀ ਉਹ ਗੁਣ ਗ੍ਰਹਿਣ ਕਰ ਲੈਂਦੇ ਹਨ। ਬਾਣੀ ਵਿੱਚ ਇਸ ਗੱਲ ਦਾ ਵੀ ਖਾਸ ਜ਼ਿਕਰ ਸਤਿਗੁਰੂ ਨੇ ਕੀਤਾ। ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ, ਜਿੱਥੈ ਜਾਏ ਬਹੀਐ ਭਲਾ ਕਹੀਐ, ਝੋੜ ਅੰਮ੍ਰਿਤ ਪੀਜੈ ਗੁਣਾ ਕਾ ਹੋਵੈ ਵਾਸੁਲਾ ਕੱਢ ਵਾਸ ਲਈਜੈ। ਇਸ ਵਾਸਤੇ ਕਿਸੇ ਗੱਲ ਨੂੰ ਘਟਾ ਕੇ ਜਾਂ ਕਿਸੇ ਗੱਲ ਨੂੰ ਦੂਜੀ ਨਾਲੋਂ ਵਧਾ ਕੇ ਨਹੀਂ ਵੇਖਿਆ ਜਾ ਸਕਦਾ। ਇਹ ਠੀਕ ਹੈ ਕਿ ਗਿਆਨ ਗੁਣਾਂ ਦੀ, ਨੇਕ ਵਿਚਾਰਾਂ ਦੀ ਜਿੰਨਾ ਚਿਰ ਸਾਂਝ ਸੁਰਤ ਕਰਕੇ ਨਹੀਂ ਬਣਦੀ, ਉਹਨਾਂ ਚਿਰ ਮਨੁੱਖ ਦੇ ਜੀਵਨ ਵਿੱਚ ਸਚਾਈ, ਧਰਮ, ਸੱਚ, ਚੰਗਾ ਪੱਖ ਇੰਪਲੀਮੈਂਟ ਉਹ ਚੀਜ਼ ਨਹੀਂ ਹੋ ਸਕਦੀ ਔਰ ਉਹਦਾ ਜੀਵਨ ਕਿਰਦਾਰ ਉੱਚਾ ਨਹੀਂ ਹੋ ਸਕਦਾ। ਪਰ ਬਾਹਰ ਦੀ ਸੰਗਤ ਦਾ, এনवायरमेंट ਦਾ ਬਹੁਤ ਵੱਡਾ ਫਰਕ ਪੈਂਦਾ। ਅਸੀਂ ਜਿਹੜੀ ਬੋਲੀ ਸਿੱਖਦੇ ਹਾਂ, ਸਾਡੇ ਪਰਿਵਾਰ, ਮਾਂ ਬਾਪ ਵਿੱਚ ਜਿਹੜੀ ਬੋਲੀ ਬੋਲੀ ਜਾਂਦੀ ਹੈ, ਅਸੀਂ ਉਹ ਸਿੱਖ ਲੈਂਦੇ ਹਾਂ। ਉਹ ਪਹਿਰਾਵਾ ਸਾਨੂੰ ਚੰਗਾ ਲੱਗਣ ਲੱਗ ਪੈਂਦਾ, ਸਾਨੂੰ ਉਹੋ ਜਿਹਾ ਖਾਣ ਪੀਣ ਮਿਲ ਜਾਂਦਾ ਹੈ, ਸਾਨੂੰ ਉਸੇ ਤਰੀਕੇ ਦੀ ਬੋਲ ਚਾਲ, ਉੱਠਣ ਬੈਠਣ, ਕਿੰਨਾ ਕੁਝ ਹੈ। ਸਾਡੀ ਜ਼ਿੰਦਗੀ ਦੀ ਮੁੱਢਲੀ ਘਾਟ ਹੀ ਸਾਡੀ ਸੰਗਤ ਕੱਢਦੀ। ਪਰ ਤੁਸੀਂ ਵੇਖੋ, ਇੱਕ ਖਾਸ ਬੋਲੀ ਬੋਲਣ ਵਾਲੇ ਪਰਿਵਾਰ ਦਾ ਛੋਟਾ ਜਿਹਾ ਬੱਚਾ ਜੇ ਕਿਸੇ ਦੂਜੀ ਬੋਲੀ ਬੋਲਣ ਵਾਲੇ ਪਰਿਵਾਰ ਦੇ ਕੋਲ ਛੱਡ ਦਿੱਤਾ ਜਾਏ, ਤਾਂ ਉਹ ਜਨਮ ਦੇਣ ਵਾਲੇ ਮਾਂ-ਬਾਪ ਦੀ ਬੋਲੀ ਨਹੀਂ ਬੋਲੇਗਾ, ਉਹਨਾਂ ਦਾ ਪਹਿਰਾਵਾ ਲਾਇਕ ਨਹੀਂ ਕਰੇਗਾ, ਉਹਨਾਂ ਵਰਗੀ ਖੁਰਾਕ ਹੋ ਸਕਦਾ ਉਹ ਨਾ ਖਾਏ, ਉਹਨਾਂ ਵਰਗੀਆਂ ਉੱਠਣ ਬੈਠਣ ਦੀਆਂ ਆਦਤਾਂ ਵੀ ਉਹਦੀਆਂ ਜਿਹੜੀਆਂ ਮੁੱਢਲੇ ਜ਼ੀਨਜ ਨੂੰ ਛੱਡ ਕੇ ਜਿਹੜੀਆਂ ਨੇ ਉਹ ਬਦਲ ਜਾਣਗੀਆਂ।
ਉਹ ਬੋਲੀ ਬੋਲੇਗਾ ਜਿਹੜੀ ਬੋਲੀ ਦੇ ਵਿੱਚ ਉਹ ਪਲਿਆ। ਉਹ ਪਹਿਰਾਵਾ ਪਹਿਨੇਗਾ, ਉਹ ਜੀ ਖੁਰਾਕ ਖਾਏਗਾ, ਉਹਨਾਂ ਲੋਕਾਂ ਨੂੰ ਮਿਲੇਗਾ, ਉਹ ਲੋਕ ਉਹਨੂੰ ਚੰਗੇ ਲੱਗਣਗੇ, ਕੁਝ ਮੁੱਢਲੀਆਂ ਆਦਤਾਂ ਨੂੰ ਛੱਡ ਤੋ ਬਹੁਤ ਕੁਝ ਹੈ। ਇਸ ਚੀਜ਼ ਨੂੰ ਸਮਝਣਾ ਆਪਣੇ ਆਪ ਵਿੱਚ ਬੜਾ ਗੁੰਝਲਦਾਰ ਹੈ, ਪਰ ਗੁਰਮਤ ਨੇ ਇਹਨਾਂ ਸਾਰੇ ਪੱਖਾਂ ਨੂੰ ਬਰਾਬਰ ਰੱਖਿਆ। ਆਖਿਆ ਸੁਰਤ ਕਰਕੇ ਉਪਦੇਸ਼ ਗਿਆਨ ਨਾਲ ਸਾਂਝ ਬਣ ਕੇ ਹੀ ਮਨੁੱਖ ਜੀਵਨ ਨੂੰ ਸਵਾਰ ਸਕਦਾ ਹੈ। ਅਸਲ ਸਾਂਝ ਸੰਗਤ ਜਿਹੜੀ ਉਹ ਸੁਰਤੀ ਤੇ ਗਿਆਨ ਦੀ ਹੁੰਦੀ ਹੈ। ਪਰ ਦੂਜਾ ਪੱਖ ਇਹ ਵੀ ਹੈ ਵੀ ਜਿੱਥੇ ਚੰਗਾ ਮਾਹੌਲ ਮਿਲਦਾ ਹੋਵੇ, ਜਿੱਥੇ ਚੰਗਾ এনवायरमेंट ਸਿਰਜਿਆ ਗਿਆ ਹੋਵੇ, ਜਿੱਥੇ ਤੁਸੀਂ ਜਾ ਕੇ ਚੰਗਿਆਈ ਦਾ ਅਨੁਭਵ ਕਰਕੇ ਗਿਆਨ ਲੈ ਕੇ ਉਸ ਦੀ ਕਮਾਈ ਤੇ ਪ੍ਰੈਕਟਿਸ ਕਰਨੀ ਹੋਵੇ, ਉਹ ਚੀਜ਼ ਵੀ ਆਪਣੇ ਆਪ ਵਿੱਚ ਵਡਮੁੱਲੀ ਦਾਤ ਹੁੰਦੀ ਹੈ। ਗੁਰਬਾਣੀ ਵਿੱਚ ਸੰਗਤ ਕਾ ਗੁਣ ਬਹੁਤ ਦਿਖਾਈ ਦੀ ਗੱਲ ਕਰਦੇ ਹਾਂ। ਗੁਰੂ ਪਾਤਸ਼ਾਹ ਨੇ ਪੁਰਾਣੀਆਂ ਮਿਥਕ ਉਦਾਹਰਨਾਂ ਵੀ ਦਿੱਤੀਆਂ ਨੇ। ਸਿੱਖ ਤਾਰੀਖ ਵਿੱਚ ਵੀ ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਜਿੱਥੇ ਨੇਕ ਲੋਕਾਂ ਕੋਲ, ਚੰਗੇ ਲੋਕਾਂ ਕੋਲ ਬੈਠ ਕੇ ਵਿਗੜੇ ਹੋਏ ਜੀਵਨ ਵਾਲੇ ਜਿਹੜੇ ਸਾਨੂੰ ਸੁਧਰ ਗਏ, ਚੰਗੇ ਬਣ ਗਏ। ਭਾਈ ਬਿਧੀ ਚੰਦ ਜੀ ਦਾ ਜ਼ਿਕਰ ਆਉਂਦਾ ਹੈ, ਹੋਰ ਬਹੁਤ ਸਾਰੀਆਂ ਹਸਤੀਆਂ ਦਾ ਜ਼ਿਕਰ ਆਉਂਦਾ ਜਿਨ੍ਹਾਂ ਦਾ ਪਹਿਲਾ ਜੀਵਨ ਕੀ ਸੀ, ਪਰ ਜਿਸ ਵੇਲੇ ਗੁਰੂ ਦੇ ਸਿੱਖਾਂ ਦੇ ਸੰਪਰਕ ਵਿੱਚ ਆਏ, ਕੁਝ ਨੇਕ ਧਰਮੀ ਬੰਦਿਆਂ ਦੇ ਸੰਪਰਕ ਵਿੱਚ ਆਏ ਤਾਂ ਉਹਨਾਂ ਦੀ ਜ਼ਿੰਦਗੀ ਬਦਲ ਗਈ। ਮੈਂ ਬਾਬਾ ਸੋਹਣ ਸਿੰਘ ਭਕਨਾ ਦੀ ਇੱਕ ਗੱਲ ਉਹਨਾਂ ਦੀ ਆਪਣੀ ਸਵੈ ਜੀਵਨੀ ਵਿੱਚ ਲਿਖੀ ਹੋਈ, ਉਹਨਾਂ ਦੀ ਸਵੈ ਜੀਵਨੀ ਦਾ ਨਾਂ ਹੈ ਮੇਰੀ ਰਾਮ ਕਹਾਣੀ। ਉਹ ਕਹਿੰਦੇ ਨੇ ਪਰਿਵਾਰਕ ਤੌਰ ਦੇ ਉੱਤੇ ਜ਼ਮੀਨ ਸੀ, ਜਾਇਦਾਦ ਸੀ, ਔਰ ਕੁਝ ਐਸੀਆਂ ਆਦਤਾਂ ਜੀਵਨ ਦੇ ਵਿੱਚ ਲੱਗ ਆਈਆਂ ਜਿਹੜੀਆਂ ਆਮ ਹੀ ਜਵਾਨੀ ਦੀ ਦਹਲੀਜ਼ ਤੇ ਕਦਮ ਰੱਖਦਿਆਂ ਮਨੁੱਖ ਦੇ ਕਦਮ ਜਦੋਂ ਥਿੜਕ ਜਾਣ ਤਾਂ ਉਹ ਬੁਰੀ ਲੱਤ, ਬੁਰੇ ਐਬ ਆਪਣੇ ਜੀਵਨ ਵਿੱਚ ਲਾ ਲੈਂਦਾ ਹੈ। ਕਿਰਦਾਰਕ ਤੌਰ ਦੇ ਉੱਤੇ ਨਸ਼ਾ ਕਰਦਾ ਹੈ, ਵਿਚਾਰ ਕਰਦਾ ਹੈ, ਮਾੜੇ ਲੋਕਾਂ 'ਚ ਬੈਠਦਾ ਹੈ, ਜੂਆ ਖੇਡਦਾ ਹੈ। ਉਹ ਖੁਦ ਇਸ ਗੱਲ ਨੂੰ ਪ੍ਰਵਾਨ ਕਰਦੇ ਨੇ ਵੀ ਮੇਰੇ ਜੀਵਨ ਨੂੰ ਸੇਧ ਦੇਣ ਵਾਲਾ ਇੱਕ ਭਲਾ ਪੁਰਖ ਹੈ, ਜਿਹੜਾ ਬਾਣੀ ਪੜ੍ਹਦਾ ਸੀ, ਨੇਕ ਪੁਰਖ ਸੀ, ਔਰ ਉਹਦੀ ਸੰਗਤ ਨੇ ਮੇਰੇ ਜੀਵਨ ਨੂੰ ਤਬਦੀਲ ਕੀਤਾ, ਮੈਨੂੰ ਸੋਚਣ ਲਈ ਮਜਬੂਰ ਕੀਤਾ ਵੀ ਮੈਂ ਜੋ ਕਰ ਰਿਹਾ ਉਹ ਗਲਤ ਕਰ ਰਿਹਾ। ਬਾਬਾ ਰਵਿਦਾਸ ਸਾਹਿਬ ਜੀ ਚਮੜੇ ਦੀ ਕਿਰਤ ਕਰਦੇ ਸਨ, ਤੇ ਆਪਾਂ ਸਾਰੇ ਜਾਣਦੇ ਹਾਂ ਵੀ ਜਿੱਥੇ ਚਮੜੇ ਦਾ ਕੰਮ ਹੋ ਰਿਹਾ ਹੋਵੇ, ਪਹਿਲਾਂ ਮਰੇ ਹੋਏ ਪਸ਼ੂਆਂ ਦੀ ਖੱਲ ਲਾਉਣੀ ਬੜਾ ਜੋਖਮ ਭਰਿਆ ਕੰਮ ਹੈ। ਫਿਰ ਉਸ ਖੱਲ ਨੂੰ ਸੁਕਾਉਣਾ, ਸਵਾਰਨਾ, ਫਿਰ ਉਹਨੂੰ ਕੱਟ ਵੱਢ ਕਰਕੇ ਤੇ ਉਹਦੇ ਜੋੜੇ ਬਣਾਉਣੇ, ਕੱਖਾਂ ਦੀ ਕੁੱਲੀ ਜੀ ਦੇ ਵਿੱਚ ਬਹਿ ਕੇ ਆਪਣੀ ਕਿਰਤਕਾਰ ਕਰਦੇ ਰਹਿਣਾ। ਉਹਨਾਂ ਨੂੰ ਕਿਉਂਕਿ ਉਹਨਾਂ ਦੀ ਕਿਰਤ ਪਸ਼ੂ ਆਦਿਕ ਪਾਲਣਾ ਬਹੁਤੀ ਨਹੀਂ ਸੀ, ਤੇ ਇੱਕ ਸੱਜਣ ਉਹਨਾਂ ਨੂੰ ਰੋਜ਼ ਦੁੱਧ ਦੇਣ ਵਾਸਤੇ ਆਉਂਦਾ ਸੀ, ਗਵਾਲਾ। ਕਈ ਵਾਰ ਬੰਦਿਆਂ ਦਾ ਸੁਭਾਅ ਹੁੰਦਾ ਨਾ ਵੀ ਉਹ ਚੰਗੇ ਬੰਦੇ ਦੇ ਕੋਲ ਕੁਝ ਗ੍ਰਹਿਣ ਕਰਨ ਦੀ ਬਜਾਏ ਸਿੱਧਾ ਹੀ ਕਹਿਣ ਲੱਗੇ ਜੀ ਕਿਤੇ ਸਾਡੇ ਤੇ ਵੀ ਕਿਰਪਾ ਕਰੋ। ਲੈਣਾ ਦੇਣਾ ਕੱਖ ਨਹੀਂ, ਨਾ ਬੈਠਣਾ ਹੈ, ਨਾ ਕੁਝ ਸਿੱਖਣਾ ਹੈ, ਨਾ ਕੁਝ ਗ੍ਰਹਿਣ ਕਰਨਾ ਹੈ। ਬਸ ਉਹਨਾਂ ਨੂੰ ਹੁੰਦਾ ਵੀ ਮੇਰੇ ਅੰਦਰ ਵੀ ਬੜੀ ਜਗਿਆਸਾ, ਬੜੀ ਤਾਂਘ ਹੈ। ਉਹਨੇ ਕਈ ਵਾਰ ਆਉਣਾ ਤੇ ਕਹਿ ਜਿਆ ਕਰਨਾ, ਭਗਤ ਜੀ ਨੇ ਆਖਣਾ ਵੀ ਇਹ ਕੋਈ ਐਸੀਆਂ ਚੀਜ਼ਾਂ ਨਹੀਂ ਹੁੰਦੀਆਂ ਵੀ ਜਿਵੇਂ ਤੂੰ ਮੈਨੂੰ ਇਹ ਦੁੱਧ ਫੜਾ ਜਾਂਦਾ, ਪਦਾਰਥ, ਕੋਈ ਪਦਾਰਥ ਐਸਾ ਨਹੀਂ ਵੀ ਜਿਹੜਾ ਮੈਂ ਤੈਨੂੰ ਚੁੱਕਾਂ ਤੇ ਦੇ ਦਿਆਂ। ਫਿਰ ਵੀ ਜਿਵੇਂ ਬੰਦੇ ਦੀ ਇੱਕ ਆਦਤ ਬਣ ਜਾਂਦੀ, ਵਿਅੰਗਾਤਮਕ ਢੰਗ ਨਾਲ ਉਸਨੇ ਕਹਿਣਾ ਸਾਡੇ ਤੇ ਵੀ ਕਿਤੇ ਕਿਰਪਾ ਕਰੋ, ਸਾਡੇ ਹਿਰਦੇ 'ਚ ਵੀ ਨਾਮ ਵਸ ਜਾਏ। ਇੱਕ ਦਿਨ ਜਿਸ ਵੇਲੇ ਉਹ ਦੁੱਧ ਪਾਉਣ ਆਇਆ ਤੇ ਜਿਹੜੇ ਭਾਂਡੇ 'ਚ ਚਮੜਾ ਭੇਂ ਕੇ ਰੱਖਦੇ ਸਨ ਉਹਦੇ ਅੱਗੇ ਕਰ ਦਿੱਤਾ, ਕਹਿੰਦੇ ਇਹਦੇ 'ਚ ਪਾ ਦਿਓ। ਉਹ ਕਹਿਣ ਲੱਗਿਆ ਭਗਤ ਜੀ ਇਹਦੇ 'ਚ ਦੁੱਧ ਖਰਾਬ ਹੋ ਜਾਣਾ, ਇਹ 'ਚ ਬੋ ਆਉਂਦੀ ਹੈ, ਇੰਨਾ ਮੈਲਾ ਕੁਚੀਲਾ ਭਾਂਡਾ ਹੈ, ਕੋਈ ਪਦਾਰਥ ਪਾਉਣ ਵਾਲਾ ਭਾਂਡਾ। ਕਹਿੰਦੇ ਤੂੰ ਪਾ ਦੇ, ਤੂੰ ਤਾਂ ਪਾਉਣਾ ਹੀ ਹੈ, ਖਰਾਬ ਰਹੇ ਜਾਂ ਠੀਕ ਰਹੇ ਇਹ ਤੇਰੀ ਪਰੇਸ਼ਾਨੀ ਨਹੀਂ। ਕਹਿਣ ਲੱਗਾ ਜੀ ਵੇਖੋ ਮੈਨੂੰ ਤਕਲੀਫ ਹੁੰਦੀ ਹੈ ਕਿਉਂਕਿ ਮੈਂ ਬੜੀ ਮਿਹਨਤ ਨਾਲ ਦੁੱਧ ਚੋ ਕੇ ਲਿਆਇਆ, ਇੱਥੋਂ ਤੱਕ ਪਹੁੰਚਿਆ, ਇਵੇਂ ਮੈਲੇ ਕੁਚੀਲੇ ਭਾਂਡੇ 'ਚ ਮੈਂ ਕਿਵੇਂ ਪਾ ਦਿਆਂ। ਤੁਹਾਨੂੰ ਚਮੜੇ ਦਾ ਜ਼ਿਆਦਾ ਪਤਾ ਹੈ, ਮੈਂ ਦੁੱਧ ਦਾ ਕੰਮ ਕਰਦਾ, ਮੈਨੂੰ ਦੁੱਧ ਦੇ ਸੁਭਾਅ ਦਾ ਜ਼ਿਆਦਾ ਪਤਾ। ਭਗਤ ਜੀ ਕਹਿਣ ਲੱਗੇ ਵੀ ਇਹਦੇ 'ਚ ਕੀ ਹੋਏਗਾ? ਕਹਿਣ ਲੱਗਾ ਜੀ ਖਰਾਬ ਹੋਏਗਾ। ਕਹਿਣ ਲੱਗੇ ਤੇਰੀ ਰੋਜ਼ ਦੇ ਸਵਾਲ ਦਾ ਇੱਕੋ ਹੀ ਜਵਾਬ ਹੈ, ਕੇਵਲ ਨਾਮ ਮੰਗਣਾ, ਚੰਗਿਆਈ ਮੰਗਣੀ, ਸੱਚ ਵਸ ਜਾਏ, ਇਹ ਤਾਂ ਸਾਰੇ ਸੰਸਾਰ ਦੇ ਲੋਕ ਕਹਿੰਦੇ ਨੇ। ਉਹਨੂੰ ਟਿਕਾਉਣ ਲਈ ਆਪਣਾ ਆਪ ਵੀ ਤੇ ਮਾਂਜਣਾ ਪੈਣਾ ਨਾ। ਉੱਥੇ ਆ ਕੇ ਮਨੁੱਖ ਚਾਹੁੰਦਾ ਹੈ, ਹੁਣ ਸੰਸਾਰ ਦਾ ਕਿਹੜਾ ਬੰਦਾ ਹੈ ਜਿਹੜਾ ਨਹੀਂ ਚਾਹੁੰਦਾ ਕਿ ਮੈਂ ਧਰਮੀ, ਮੈਂ ਗੁਰਮੁਖ ਹੋਵਾਂ? ਕੋਈ ਚਾਹੁੰਦਾ?
कोई ऐसा है जिहड़ा चाहुंदा भी मैं गुरमुख ना बना, मैं धर्मी ना बना, मैं नेक ना होवां। जदों कोई ये शब्द सानू कहिंदे भी तू बड़ा गुरमुख है, असीं कदे उहनूं टोकिया भी भरावा मैं इन्ने जोगा नहीं। हाँ, कोई मनमुख आखे तो असीं साडा पारा चढ़ सकदा कि तू कौन हुंदा है मैनूं मसंद कहण वाला, मनमुख कहण वाला, पापी कहण वाला, तू मेरा की वेखिआ। हालांकि भावें सारे अवगुण साडे जीवन च होण पर असीं एक्सैप्ट नहीं करांगे। गुण भावें साडे जीवन च एक भी ना होवे पर उस गुण दे नां दे उत्ते सानू कोई रिस्पैक्ट देवे तो असीं बहुती ना नहीं करांगे। असीं कहांगे ठीक है, मुफ्त विच सत्कार कौन मोड़दा है, कौन ना करदा। गुरमुख खवाउणा, धर्मी खवाउणा चंगा लगदा। इसे करके शब्द जिहड़े ने ये असीं सेल वांग एक दूजे नूं वंडे, कुछ लोकां सानूं वंडे, असीं गां लोकां नूं वंडे। हर बंदा ही ये एक दूजे कोलों सुनना चाहुंदा। ये साडी सारियां दी इक्को जी मुश्किल है। हुण जरा सोच के वेखीए भी ये चीज़ लैनी, कबीर साहब वर्गा सत्कार तो असीं सारे चाहुंदे भी जिवें कबीर जी का सत्कार हुंदा है ना उवें साडा भी होवे। पर कबीर बनन विच जिहड़ियां मुश्किलां ने, जिहड़ा स्ट्रगल है, वो कौन करे? वो घालना किवें घाली जाए? भगत जी का जवाब सी, कहण लगे भी बस सब तो पहली गल है भी जिस भांडे च वस्तु पैनी उस भांडे नूं सवारना भी आप पैना है। वो भी बड़ा जरूरी। वस्तु मिल जाए ये चंगी गल है भी तांग है किसी अंदर, जग्यासा है किसी अंदर, ये तांग ते जग्यासा तां ही ईमानदारी दी तां ही मुकम्मल मनी जाएगी जे मनुख स्पेस जगह भी रखता है भी ये चीज़ रहेगी कित्थे। बाणी दे विच एक वाक आउंदा, रस सोइना रस रूपा कामण, रस परमल की वास, रस घोड़े रस सेजा मंदर, रस मीठा रस मास, इते रस शरीर के कह घट नाम निवास। हुण एक बंदा कहंदा जी महाराज सबर बख्शो, ते आख भी रखनी है भी जे गुआंढी उजड़ जाए तो यदा भी लै ही लवां सस्ते भाव। इतना तो संतोख नहीं ना होना जिंदगी, माड़ा मोटा ये भी तो सोचना पेगा भी रब्बा सारे वसदे रहन, मैं भी वसदा रवां तो दुनिया भी वसे। हुण जे थिंकिंग अंदर नैगेटिव चल रही है तो बंदा मंगी जाए भी नहीं, वो भी वेखना पेगा भी प्रॉब्लम कित्थे है। इच्छा करनी चंगी गल है पर इच्छा ने टिकना कित्थे है। इसे तरह जिहड़ी संगत है, संगत एक एनवायरमेंट है, एक माहौल है, ते संगत दा प्रॉपर कॉन्सैप्ट की है गुरमत विच। सतगुरु ने जदों ये कहना बिन भागा सत संग न लभै, बिन संगत मैल भरीजै जी, उस संगत का प्रॉपर पूरा मुकम्मल कॉन्सैप्ट की है कि नेक लोगों की सोबत विच बैठना, जिन्हों आप रोज़ कहने सी प्यारे मेल जिन्हां मिलिया तेरा नाम चेता। कबीर साधु की संगत रहो, जिसनों गुरु ग्रंथ साहब जी की बाणी दे विच कहा गया है संगत करिए साध की, गुरु की नेड़ता अंत करे निर्वाह, ते नाल सुचेत कीता साकत संग ना कीजिए। मंदे लोग इंसान नाल बहिंदे रहो बहिंदे रहो बहिंदे रहो, तुसीं एक अद्धी उहदी आदत ग्रहण कर ही लैनी, उहदा प्रभाव मैंटली तुसीं प्रवान कर लेना, ते हौली 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 हुंदा भी फिर मूँह लिहाज बनते हैं, गलबात बनती। इस तरह करद्या 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 कई बार सानू पता ही नहीं लगता, अवेसले जे पन नाल ही असीं उहो जिहे हो जाते हैं। हौली हौली सानू माहौल चंगा लगन लगता है, साडी एडजस्टमेंट मैंटली इन्नी उत्थे हो जाती है कि बार बार फिर उन्हों का चेता आता है तो उत्थे असीं पहुँच जाते। एक घाड़त घड़ी जाती है साडी, जो जैसी संगत मिले सो तैसो फल खाए। इस करके गुरु ग्रंथ साहब जी की बाणी में यह भी सुचेत किया साकत संग न कीजिए, जाते हुए बिना। बिना का मतलब होंदा है हर्ज होंदा है, नुकसान होंदा है, हानि होंदी है। और ऐसी कुसंगत नूं गुरबाणी विच तुलना दिती है, बासन कारो परसीए तौ कछ लागै दाग, चिट्टे कपड़े जे कालख नाल छूणगे दाग ते लगेगा ही। तो ये दोवें पक्ष ही गुरु ग्रंथ साहब जी की मुबारक बाणी विच दसे गए। जां तां सुरत इन्नी प्रपक होवे, इन्नी दृढ़ होवे, जिसने डोलना ही नहीं, वो भी एक लैवल है, वो भी एक अवस्था है
ਵੀ ਹਜ਼ਾਰਾਂ ਕੁਕਰਮੀਆਂ ਦੇ ਵਿੱਚ ਇੱਕ ਧਰਮੀ ਮਨੁੱਖ ਹੈ ਤੇ ਉਹਨੂੰ ਕੋਈ ਫਰਕ ਨਹੀਂ ਪਿਆ। ਮਸਲਨ ਗੁਰੂ ਨਾਨਕ ਮਹਾਰਾਜ ਕਿੰਨੇ ਵਿਗੜੇ ਹੋਏ ਲੋਕਾਂ ਨੂੰ ਵੀ ਮਿਲੇ, ਪਰ ਗੁਰੂ ਨਾਨਕ ਮਹਾਰਾਜ ਦੀ ਸੁਰਤ ਜੀਵਨ ਤੇ ਕੋਈ ਅਸ, ਕਿਉਂਕਿ ਗੁਰੂ ਨਾਨਕ ਮਹਾਰਾਜ ਵਰਗੀ ਦ੍ਰਿੜਤਾ ਪਰਪੱਕਤਾ ਉਹ ਮਿਸਾਲ ਹੈ। ਜਾਂ ਤਾਂ ਇੰਨੀ ਦ੍ਰਿੜਤਾ ਹੋਵੇ, ਨਹੀਂ ਤਾਂ ਪਹਿਲਾਂ ਤਾਂ ਸਾਨੂੰ ਆਪਣਾ ਆਪ ਸੰਭਾਲ ਕੇ ਚੱਲਣਾ ਪਏਗਾ ਨਾ, ਅਵੇਅਰ ਰਹਿਣਾ ਪਏਗਾ ਨਾ ਵੀ ਕਿੱਥੋਂ ਬਿਮਾਰੀ ਲੱਗ ਸਕਦੀ ਹੈ, ਕਿੱਥੋਂ ਰੋਗ ਆ ਸਕਦਾ ਹੈ, ਕਿੱਥੋਂ ਖਰਾਬੀ ਪੈਦਾ ਹੋ ਸਕਦੀ, ਉਸ ਚੀਜ਼ ਤੋਂ ਪਰਹੇਜ਼ ਰੱਖਣਾ। ਉਹਨੂੰ ਆਪਾਂ ਕਹਿ ਦਿੰਦੇ ਸੰਜਮ ਰੱਖਣਾ। ਬਾਣੀ ਵਿੱਚ ਜਦੋਂ ਆਉਂਦਾ ਹੈ ਨਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਉਹ ਸੰਜਮ ਕਿਹੜਾ ਹੈ? ਪਰਹੇਜ਼। ਜਿੱਥੇ ਚੰਗੀ ਚੀਜ਼ ਗ੍ਰਹਿਣ ਕਰਨੀ ਹੈ, ਉਹ ਬਿਮਾਰੀ ਦਾ ਅਸੂਲ ਕੀ ਹੁੰਦਾ ਵੀ ਪਰਹੇਜ਼ ਵੀ ਰੱਖੋ ਤੇ ਨਾਲ ਦਵਾਈ ਵੀ ਲਓ। ਦਵਾਈ ਤੁਹਾਡੀ ਬੋਡੀ ਦੇ ਉਹਨਾਂ ਸੈੱਲਾਂ ਨੂੰ ਤਾਕਤ ਦਿੰਦੀ ਹੈ ਜਿਹੜੇ ਉਸ ਬਿਮਾਰੀ ਦੇ ਵਿਸ਼ਾਣੂਆਂ ਦੇ ਨਾਲ, ਸੈੱਲਾਂ ਦੇ ਨਾਲ ਲੜਦੇ ਨੇ, ਤੇ ਪਰਹੇਜ਼ ਜਿਹੜਾ ਹੈ ਉਸ ਬਿਮਾਰੀ ਨੂੰ ਰੋਕਦਾ ਹੈ। ਜਿਹੜੀ ਚੀਜ਼ ਨੇ ਬਿਮਾਰੀ ਨੂੰ ਵਧਾਉਣਾ ਹੋਵੇ, ਬੋਡੀ ਨੂੰ ਡਿਸਟਰਬ ਕਰਨਾ ਹੋਵੇ, ਉਹਨੂੰ ਜਦੋਂ ਅਸੀਂ ਪਰਹੇਜ਼ ਰੱਖ ਲਈਦੇ ਹਾਂ ਤੇ ਉਹਦੀ ਉਧਰੋਂ ਰੁਕਾਵਟ, ਦੋਵਾਂ ਪਾਸਿਆਂ ਤੋਂ ਇਲਾਜ ਹੁੰਦਾ, ਦਵਾਈ ਨਾਲ ਵੀ ਤੇ ਪਰਹੇਜ਼ ਵੀ ਆਪਣੇ ਆਪ ਵਿੱਚ ਇੱਕ ਇਲਾਜ ਹੀ ਹੁੰਦਾ। ਜਿਹੜੀ ਚੀਜ਼ ਮੈਨੂੰ ਵੱਧ ਬਿਮਾਰ ਕਰਦੀ, ਜਦੋਂ ਮੈਂ ਉਹਨੂੰ ਛੱਡ ਦੇਣਾ ਤਾਂ ਇਹਦਾ ਮਤਲਬ ਮੈਂ ਬਿਮਾਰੀ ਨੂੰ ਸਟਾਪ ਕਰ ਲਿਆ, ਉਹਦੀ ਖੁਰਾਕ ਬੰਦ ਕਰ ਦਿੱਤੀ। ਬਸ ਇਸੇ ਤਰੀਕੇ ਨਾਲ ਜਿੱਥੇ ਗੁਣ ਗ੍ਰਹਿਣ ਕਰਨਾ ਇਹ ਇੱਕ ਕਮਾਈ ਹੈ, ਉੱਥੇ ਮੰਦੇ ਆਚਰਣ ਤੋਂ ਪਰਹੇਜ਼ ਰੱਖਦੇ ਰਹਿਣਾ ਵੀ ਇੱਕ ਤਰ੍ਹਾਂ ਦੀ ਕਮਾਈ ਹੈ। ਇਹ ਇੰਨੀ ਸਹਿਲੀ ਨਹੀਂ ਹੁੰਦੀ। ਆਪਣੇ ਆਪ ਨਾਲ ਲੜਨ, ਆਪਣੇ ਆਪ ਨਾਲ ਝਗੜਨ, ਆਪਣੇ ਆਪ ਨਾਲ ਉਲਝਣ ਵਾਲਾ ਮਸਲਾ ਹੈ। ਇਸ ਕਰਕੇ ਨੇਕ ਬਖਤ ਲੋਕਾਂ ਦੀ ਸੰਗਤ ਬਾਣੀ ਵਿੱਚ ਲੋੜੀ ਗਈ, ਪ੍ਰਵਾਨ ਕੀਤੀ ਗਈ। ਔਰ ਇਹ ਵੀ ਬੜਾ ਜ਼ਰੂਰੀ ਨੁਕਤਾ ਹੈ ਕਿ ਸੰਗਤ ਵਿੱਚ ਆਉਣਾ ਪਹਿਲਾ ਸਟੈਪ ਹੈ। ਫਿਜ਼ੀਕਲੀ ਕੋਲ ਬੈਠਣਾ, ਗੱਲ ਸੁਣਨੀ, ਗੱਲ ਕਹਿਣੀ। ਜਬ ਲਗ ਦੁਨੀਆ ਰਹੀਐ ਨਾਨਕ ਕੇਛ ਸੁਣੀਐ ਕੇਛ ਕਹੀਏ। ਤੇ ਅਗਲਾ ਸਟੈਪ ਹੈ ਉਹੋ ਜਿਹੇ ਬਣਨ ਦੀ ਤਮੰਨਾ, ਇੱਛਾ ਪਾਲਣੀ, ਜਗਿਆਸਾ ਪਾਲਣੀ, ਤੇ ਫਿਰ ਉਹੋ ਜਿਹੇ ਬਣਨ ਦਾ ਅਭਿਆਸ ਵੀ ਕਰਨਾ। ਤੋ ਗਰੀਬ ਨਵਾਜ ਪਾਤਸ਼ਾਹ ਜੀ ਨੇ ਸਤ ਸੰਗਤ ਸਤਗੁਰ ਚਟਸ਼ਾਲ ਹੈ, ਜਿਤ ਹਰ ਗੁਣ ਸਿੱਖਾ। ਗੁਰੂ ਦੀ ਸੋਭਤ, ਗੁਰੂ ਦੀ ਨੇੜਤਾ ਨੂੰ ਮਹਾਰਾਜ ਨੇ ਬੱਚਿਆਂ ਦੀ ਪਾਠਸ਼ਾਲਾ ਨਾਲ ਤੁਲਨਾ ਦਿੱਤੀ, ਬੱਚਿਆਂ ਦੀ ਕਲਾਸ ਨਾਲ, ਜਿਸ ਨੂੰ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਨਾ ਕਿ ਸਤ ਸੰਗਤ ਸਤਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਤੇ ਪਾਂਧਾ ਕਿਹਨੂੰ ਕਿਹਾ? ਉਸਤਾਦ, ਟੀਚਰ, ਗੁਰੂ। ਤੋ ਇੱਥੇ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਰਹਾਉ ਦੇ ਬੰਦ ਵਿੱਚ ਇੱਕ ਅਰਦਾਸ, ਇੱਕ ਜੋਦੜੀ, ਇੱਕ ਇੱਛਾ ਦਾ ਇਜ਼ਹਾਰ, ਇੱਕ ਜਗਿਆਸਾ ਦਾ ਪ੍ਰਗਟਾ ਕਰਦਿਆਂ ਕਹਿੰਦੇ ਨੇ ਸੰਤ ਚੀ ਸੰਗਤ, ਸਤ ਸੰਗੀਆਂ ਦੀ ਨੇੜਤਾ, ਸਤ ਸੰਗੀਆਂ ਦਾ ਰਿਲੇਸ਼ਨ। ਸੰਗਤ ਮਤਲਬ ਹੈ ਰਿਲੇਸ਼ਨ, ਸਾਂਝ, ਰੱਬੀ ਪਿਆਰਿਆਂ ਦੀ ਨੇੜਤਾ ਮਿਲ ਜਾਏ। ਸੰਗਤ। ਸੰਤ ਕਥਾ ਰਸ, ਕਥਾ ਦਾ ਮਤਲਬ ਹੈ ਉਹ ਜੋ ਨੇਕ, ਚੰਗੀਆਂ, ਉੱਤਮ ਆਤਮਿਕ ਜੀਵਨ ਦੇ ਵਿਕਾਸ ਦੀਆਂ ਗੱਲਾਂ ਕਰਦੇ ਨੇ, ਜਿਹੜੀ ਸੁਰਤ ਨੂੰ ਪਵਿੱਤਰ ਕਰਨ ਦੇ ਉਪਦੇਸ਼ ਦਿੰਦੇ ਨੇ, ਬਚਨ ਕਹਿੰਦੇ ਨੇ। ਇਸ ਲਈ ਨਾ ਬਾਣੀ ਵਿੱਚ ਇੱਕ ਵਾਕ ਆਉਂਦਾ ਹੈ, ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਚਰਣੇ। ਜਿਹੜੀ ਚੀਜ਼ ਤੁਹਾਡੀ ਬੁਰਾਈ ਨੂੰ ਕੱਟਦੀ ਹੋਵੇ ਉਹ ਅੰਮ੍ਰਿਤ। ਚੇਤੇ ਵਿੱਚ ਰੱਖਣਾ, ਅੰਮ੍ਰਿਤ ਕੋਈ ਲੰਮੇ ਚੌੜੇ ਲੈਕਚਰਾਂ ਨੂੰ ਨਹੀਂ ਕਿਹਾ ਵੀ ਮੇਰੇ ਵਰਗਾ ਬੰਦਾ ਖਾਸ ਪਹਿਰਾਵਾ ਪਾ ਕੇ ਲੈਕਚਰ ਤੇ ਲੈਕਚਰ ਦਈ ਜਾਵੇ ਤੇ ਦੁਨੀਆ ਦੇ ਪੱਲੇ ਕੱਖ ਪਵੇ ਵੀ ਨਾ, ਤੇ ਲੋਕ ਕਹਿਣ ਵੀ ਵੇਖੋ ਜੀ ਅੰਮ੍ਰਿਤ ਦਾ ਝਰਨਾ ਚੱਲ ਰਿਹਾ, ਉਹਦੇ ਚੋਂ ਫਾਇਦਾ ਕੀ ਹੋਇਆ? ਜਿਹੜੀ ਚੀਜ਼ ਬੁਰਾਈ ਨੂੰ ਕੱਟਦੀ ਉਹ ਅੰਮ੍ਰਿਤ ਹੈ। ਜਿਹੜੀ ਚੀਜ਼ ਸਾਡੇ ਅੰਦਰ ਦੇ ਪਾਪ ਨੂੰ ਇਫੈਕਟ ਕਰਦੀ ਹੈ, ਜਿਹੜੀ ਸਾਡੇ ਜੀਵਨ ਕਰਮ ਨੂੰ ਸਵਾਰਦੀ ਹੈ, ਜਿਹੜੀ ਚੀਜ਼ ਸਾਡੀ ਜੀਵਨ ਦੀਆਂ ਉਲਝਣਾਂ ਖਤਮ ਕਰਦੀ ਹੈ, ਇਸੇ ਕਰਕੇ ਕਿਹਾ ਉਹਨਾਂ ਦੀ ਰਸਨਾ ਤੋਂ ਅੰਮ੍ਰਿਤ ਵਹਿੰਦਾ ਹੈ। ਰੱਬੀ ਪਿਆਰੇ ਜੋ ਕਹਿੰਦੇ ਨੇ ਉਹਨਾਂ ਦੀ ਰਸਨਾ ਤੋਂ ਅੰਮ੍ਰਿਤ ਦੇ ਮਨ ਉਹਨਾਂ ਦੇ ਬੋਲ ਮਹਿਜ਼ ਲਫ਼ਜ਼ ਨਹੀਂ ਹਨ, ਉਹ ਅੰਮ੍ਰਿਤ ਦੇ ਚਸ਼ਮੇ ਨੇ, ਅੰਮ੍ਰਿਤ ਦੇ ਝਰਨੇ ਵਗਦੇ ਨੇ। ਇਸ ਲਈ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਬਾਣੀ ਨੂੰ ਵੀ ਅੰਮ੍ਰਿਤ ਕਿਹਾ, ਕਿਉਂਕਿ ਮਨੁੱਖੀ ਭਲੇ ਲਈ ਇਹ ਉਪਦੇਸ਼ ਜਿਹੜਾ ਹੈ ਮਹਾਨ ਸਤਿਪੁਰਖਾਂ ਨੇ ਉਚਾਰਨ ਕੀਤਾ, ਆਖਿਆ। ਤੋ ਫਰਮਾਉਂਦੇ ਨੇ ਸੰਤ ਕਥਾ ਰਸ, ਉਹਨਾਂ ਦੇ ਬਚਨਾਂ ਦਾ ਮੈਨੂੰ ਰਸ ਆਉਣ ਲੱਗ ਪਵੇ, ਉਹਨਾਂ ਦੇ ਬਚਨ ਮੈਨੂੰ ਚੰਗੇ ਲੱਗਣ, ਉਹਨਾਂ ਦੇ ਉਪਦੇਸ਼, ਉਹਨਾਂ ਦੇ ਵਿਚਾਰ, ਉਹਨਾਂ ਦੇ ਬਚਨ ਜਿਹੜੇ ਨੇ ਉਹ ਮੈਨੂੰ ਸਵਾਦਲੇ ਲੱਗਣ ਲੱਗ ਜਾਣ, ਰਸ ਆਵੇ ਉਹਨਾਂ ਦੇ ਵਿੱਚੋਂ।
ਫਿਰ ਆਖਦੇ ਨੇ ਸੰਤ ਪ੍ਰੇਮ ਮੱਝ ਹੈ ਦੀਜੈ ਦੇਵਾ ਦੇਵ। ਸਤ ਸੰਗਤ ਨਾਲ, ਉਹਨਾਂ ਰੱਬੀ ਪਿਆਰਿਆਂ ਨਾਲ ਪ੍ਰੇਮ ਵੀ ਮੇਰਾ ਬਣੇ, ਉਹਨਾਂ ਨਾਲ ਮੇਰੀ ਇੱਕ ਮੁਹੱਬਤ ਬਣੇ, ਲਗਾਵ ਬਣੇ। ਹੇ ਦੇਵਾਂ ਦੇ ਦੇਵ ਭਾਵ ਹੇ ਪ੍ਰਕਾਸ਼ਮਾਨ ਮਹਾਪ੍ਰਕਾਸ਼ ਪਰਮੇਸ਼ਰ ਜੀਓ, ਇਹ ਸਭ ਤੋਂ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਜੀਓ, ਮਿਹਰ ਕਰੋ, ਆਹ ਦਾਤਾ ਮੈਂ ਚਾਹੁੰਦਾ ਹਾਂ। ਫਿਰ ਆਰੰਭ ਦੇ ਬਚਨ ਵਿੱਚ ਕਿਹਾ, ਬੜੀ ਕਮਾਲ ਦੀ ਵਿਚਾਰ ਦਿੱਤੀ, ਕਹਿਣ ਲੱਗੇ ਸੰਤ ਤੁਝੀ ਤਨ। ਇਹ ਮੇਰੇ ਪਰਮੇਸ਼ਰ ਜਿਹੜੇ ਤੇਰੇ ਪਿਆਰੇ ਨੇ ਨਾ, ਉਹ ਤੇਰਾ ਹੀ ਰੂਪ ਨੇ। ਯਥਾ ਬਾਣੀ ਵਿੱਚ ਜਿਵੇਂ ਆਉਂਦਾ, ਜਿਨ ਹਰ ਜਪਿਆ ਸੇ ਹਰ ਹੋਏ। ਹਰ ਮਿਲਿਆ, ਕਿਉਂਕਿ ਬਾਣੀ ਦਾ ਵਾਕ ਹੈ ਜੈਸਾ ਸੇਵੈ ਤੈਸੋ ਹੋਏ। ਜੈਸਾ ਕਿਸੇ ਦਾ ਚਿੰਤਨ ਹੈ, ਉਹੋ ਜਿਹੀ ਉਹਦੀ ਘਾੜਤ ਘੜੀ ਜਾਂਦੀ ਹੈ। ਗੁਰੂ ਪਾਤਸ਼ਾਹਾਂ ਦੀ ਨੇੜਤਾ ਵਿੱਚ ਆਉਣ ਵਾਲਿਆਂ ਨੇ ਆਖਿਆ, ਸਤਿਗੁਰੂ ਜੀ ਰੱਬ ਦੀ ਸੋਭਤ ਵਰਗਾ ਹੈ ਤੁਹਾਡਾ ਦੀਦਾਰ। ਭੱਟ ਜੀ ਨੇ ਇੱਕ ਵਾਕ ਕਿਹਾ ਹੈ, ਗੁਰੂ ਅਮਰਦਾਸ ਮਹਾਰਾਜ ਉਸ ਵੇਲੇ ਗੋਇੰਦਵਾਲ ਦੀ ਨਗਰੀ ਦੇ ਵਿੱਚ ਸਨ। ਵੈਸੇ ਬਾਣੀ ਦੇ ਵਿੱਚ ਉਸ ਨਗਰ ਨੂੰ ਗੋਬਿੰਦਵਾਲ ਲਿਖਿਆ। ਤੇ ਜਦੋਂ ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਦੀ ਭੱਟਾਂ ਨੇ ਸੰਗਤ ਕੀਤੀ, ਗੁਰੂ ਦਰਬਾਰ ਦੀ ਮਹਿਮਾ ਵੇਖੀ, ਜੋ ਉੱਥੇ ਭਲੇ ਦੇ ਪਰਉਪਕਾਰ ਦੇ ਕਾਰਜ ਹੋ ਰਹੇ ਸਨ, ਜੋ ਮਨੁੱਖਤਾ ਨੂੰ ਜੋ ਅੰਮ੍ਰਿਤ ਵੰਡਿਆ ਜਾ ਰਿਹਾ ਸੀ, ਉਹਨਾਂ ਨੇ ਇਹ ਵਾਕ ਕਹਿ ਕੇ ਉਸ ਸੱਚ ਦਾ ਪ੍ਰਗਟਾਵਾ ਕੀਤਾ। ਕਹਿਣ ਲੱਗੇ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਏ। ਭੱਟ ਜੀ ਕਹਿਣ ਲੱਗੇ ਬਿਆਸ ਦਰਿਆ ਦੇ ਕੰਢੇ ਤੇ ਜਿਹੜਾ ਗੋਬਿੰਦਵਾਲ ਦਾ ਨਗਰ ਹੈ, ਇਵੇਂ ਲੱਗਦਾ ਜਿਵੇਂ ਰੱਬ ਦੀ ਨਗਰੀ ਹੋਵੇ, ਜਿਵੇਂ ਰੱਬ ਦੀ ਨਗਰੀ ਹੋਵੇ। ਜ਼ਰਾ ਸੋਚ ਕੇ ਵੇਖੋ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਨਗਰ ਦਾ ਸਟਰਕਚਰ, ਉਸ ਨਗਰ ਦਾ এনवायरमेंट, ਉੱਥੋਂ ਦਾ ਮਾਹੌਲ ਤੇ ਜੋ ਕਾਰਜ ਸਤਿਗੁਰੂ ਕਰ ਰਹੇ ਸਨ, ਜਦੋਂ ਉਹਨਾਂ ਨੂੰ ਨੀਝ ਨਾਲ ਵੇਖਿਆ ਤੇ ਆਖੇ ਤਾਂ ਰੱਬ ਦੀ ਨਗਰੀ ਹੈ, ਰੱਬ ਦੀ ਥਾਂ ਹੈ। ਇਹ ਹੁੰਦੀ ਹੈ ਕਿਸੇ ਚੀਜ਼ ਨੂੰ ਤੁਲਨਾ ਦੇ ਕੇ ਉਸ ਪ੍ਰਤੀ ਰਿਸਪੈਕਟ ਪ੍ਰਗਟ ਕਰਨੀ ਜੋ ਉੱਥੇ ਨਜ਼ਰ ਆ ਰਿਹਾ ਹੋ। ਤੋ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਵੀ ਸੰਤ ਤੁਝੀ ਤਨ, ਹੈ ਮਾਲਕ ਜਿਹੜੇ ਤੇਰੇ ਪਿਆਰੇ ਨੇ ਨਾ, ਉਹ ਤੇਰਾ ਹੀ ਸਰੂਪ ਨੇ, ਤੇਰੀ ਆਇਡੈਂਟੀਟੀ ਨੇ, ਤੇਰੀ ਪਛਾਣ ਨੇ। ਉਹ ਤੇਰੇ ਬਾਰੇ ਉਹਨਾਂ ਕੋਲੋਂ ਹੀ ਜਾ ਕੇ ਪਤਾ ਲੱਗਦਾ ਹੈ। ਤੇ ਅਗਲੀ ਗੱਲ ਕਈ ਕਹਿਣ ਲੱਗੇ ਸੰਤ ਸੰਗਤ ਪ੍ਰਾਨ, ਤੇ ਜਿਹੜੀ ਉਹਨਾਂ ਦੀ ਸੰਗਤ ਹੈ ਨਾ, ਉਹ ਤੇਰੇ ਪ੍ਰਾਣ ਨੇ, ਤੇਰੀ ਜਿੰਦ ਹੈ। ਜਿਨ੍ਹਾਂ ਨੇ ਭਾਵ ਤੇਰੀ ਸੋਝੀ ਲੈਣੀ ਹੋਵੇ, ਉਹ ਨੇਕ ਲੋਕਾਂ ਦੀ ਸੋਭਤ ਸੰਗਤ ਵਿੱਚ ਬੈਠਣ ਤੇ ਉਹਨਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਨ। ਫਿਰ ਆਖਿਆ ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਸਤਿਗੁਰੂ ਦੇ ਗਿਆਨ ਦੀ ਸੋਝੀ, ਵਿਵੇਕ ਦਾ ਚਾਨਣ ਉਹਨਾਂ ਲੋਕਾਂ ਦੀ ਸੰਗਤ ਸੋਭਤ ਵਿੱਚ ਆ ਕੇ ਹੀ ਪ੍ਰਾਪਤ ਹੁੰਦਾ ਹੈ। ਇਹ ਸਭ ਤੋਂ ਸ਼੍ਰੋਮਣੀ ਪ੍ਰਕਾਸ਼ ਰੂਪ ਪਰਮੇਸ਼ਰ ਜੀਓ, ਮਿਹਰ ਕਰੋ, ਸਤਿਗੁਰੂ ਦੇ ਗਿਆਨ ਦੀ ਦਾਤ, ਉਹਨਾਂ ਦੀ ਸੋਭਤ ਮੈਨੂੰ ਬਖਸ਼ਿਸ਼ ਕਰੋ। ਫਿਰ ਫਰਮਾਇਆ, ਕਹਿਣ ਲੱਗੇ ਸੰਤ ਆਚਰਣ, ਸੰਤ ਚੀ ਸੰਗਤ ਸੰਤ ਕਥਾ ਰਸ। ਸੰਤ ਆਚਰਣ, ਸੰਤ ਚੋ ਮਾਰਗ, ਸੰਤ ਚ ਓਲਗ ਓਲਕਣੀ। ਇਹਨਾਂ ਸ਼ਬਦਾਂ ਦਾ ਭਾਵ ਹੈ, ਆਚਰਣ ਦਾ ਮਤਲਬ ਹੁੰਦਾ ਹੈ ਉਹਨਾਂ ਦਾ ਜੀਵਨ ਜੁਗਤ, ਜਿਵੇਂ ਦਾ ਜੀਵਨ ਉਹ ਜੀਂਦੇ ਨੇ ਉਹੋ ਜਿਹਾ ਮੈਨੂੰ ਬਖਸ਼ੋ। ਜਿਵੇਂ ਦਾ ਜੀਵਨ, ਹੁਣ ਵੇਖੋ ਇਹ ਗੱਲਾਂ ਮੈਂ ਜਿਸ ਵੇਲੇ ਤਾਰੀਖ ਨੂੰ ਪੜ੍ਹਦਾ ਵੀ ਭਾਈ ਮਹਾਂ ਸਿੰਘ ਆਖਰੀ ਸਾਹ ਦੇ ਉੱਤੇ ਨੇ ਖਿਦਰਾਣੇ ਦੀ ਢਾਬ ਤੇ, ਜਿਹਨੂੰ ਆਪਾਂ ਮੁਕਤਸਰ ਦੀ ਜੰਗ ਕਹਿੰਦੇ ਆ, ਖਿਦਰਾਣਾ ਸੀ ਪੁਰਾਣਾ ਨਾਮ, ਜੰਗ ਹੋਈ ਆਖਰੀ ਸਾਹ ਤੇ ਨੇ। ਕਲਗੀਧਰ ਮਹਾਰਾਜ ਉਸ ਨੂੰ ਪੁੱਛਦੇ ਨੇ, ਸਭ ਤੋਂ ਮਗਰੋਂ ਭਾਈ ਮਹਾਂ ਸਿੰਘ ਨੇ ਪ੍ਰਾਣ ਤਿਆਗ। ਸਤਿਗੁਰੂ ਮਹਾਰਾਜ ਉਸ ਨਾਲ ਕੁਝ ਗੱਲਾਂ ਕਰਦੇ ਰਹੇ, ਜ਼ਖਮੀ ਸਨ, ਸਾਹਾਂ ਦੀ ਲੜੀ ਟੁੱਟ ਰਹੀ ਸੀ। ਪੁੱਛਿਆ ਭਾਈ ਮਹਾਂ ਸਿੰਘ ਕੋਈ ਇੱਛਾ ਤੇ ਨਹੀਂ, ਕੋਈ ਖਿਆਲ ਮਨ ਵਿੱਚ ਹੋਵੇ, ਕੋਈ ਸੱਧਰ ਅਧੂਰੀ ਹੋਵੇ ਜਿਹੜੀ ਅਸੀਂ ਪੂਰੀ ਕਰ ਸਕੀਏ, ਕੁਝ ਮੰਗ ਹੋਵੇ ਤੁਹਾਡੀ, ਆਪਣੀ ਜਾਨ ਕੁਰਬਾਨ ਕੀਤੀ ਹੈ ਤੁਸੀਂ ਸੇਵਾ ਖਾਤਰ। ਹੁਣ ਜ਼ਰਾ ਸੋਚੋ ਵੀ ਪੱਧਰ ਕੀ, ਲੈਵਲ ਕੀ ਹੈ। ਕਹਿਣ ਲੱਗੇ ਨਹੀਂ ਮਹਾਰਾਜ ਕੋਈ ਮੰਗ ਨਹੀਂ, ਬਸ ਸਿੱਖੀ ਦਾਨ ਬਖਸ਼ੋ। ਹੁਣ ਜ਼ਰਾ ਸੋਚੋ ਵੀ ਸਾਹਾਂ ਦੀ ਲੜੀ ਟੁੱਟ ਰਹੀ ਹੈ, ਜੀਵਨ ਨਹੀਂ ਮੰਗਿਆ, ਇਹ ਨਹੀਂ ਆਖਿਆ ਵੀ ਮਹਾਰਾਜ ਬਚਾਓ ਜਿਵੇਂ ਬਚਾ ਸਕਦੇ,
ਬੰਦਾ ਮੁਸੀਬਤ ਵਿੱਚ ਕੀ ਮੰਗਦਾ? ਮੁਸੀਬਤ ਤੋਂ ਛੁਟਕਾਰਾ। ਭੁੱਖ ਵਿੱਚ ਰੋਟੀ ਮੰਗੇ। ਭੁੱਖੇ ਬੰਦੇ ਨੂੰ ਤੁਸੀਂ ਇਹ ਕਹੋ ਨਾ ਵੀ ਸਭ ਤੋਂ ਮਹਿੰਗਾ ਕੱਪੜਾ ਲੈ ਕੇ ਆਇਆ ਮੈਂ, ਤੇ ਉਹ ਕਹੇਗਾ ਇਹਨੂੰ ਛੱਡੋ, ਰੋਟੀ ਦਿਓ। ਜੀਂਦੇ ਰਹੇ ਤੇ ਕੱਪੜਾ ਪਾ ਲਵਾਂਗੇ, ਨਹੀਂ ਤੇ ਇਹਨੂੰ ਕੀ ਕਰਨਾ? ਤਨ ਦੇ ਨੰਗੇ ਮਨੁੱਖ ਨੂੰ ਤੁਸੀਂ ਕਹੋ, ਗਰਮੀ ਚੱਲ ਰਿਹਾ ਹੋਵੇ, ਠੰਡ ਚੱਲ, ਨੂੰ ਕਹੋ ਵੀ ਤੇਰੇ ਲਈ ਮੈਂ ਫਲਾਣੇ ਰੈਸਟੋਰੈਂਟ 'ਚ ਤੈਨੂੰ ਲੈ ਕੇ, ਉਹ ਕਹੇਗਾ ਕੱਪੜੇ ਤਾਂ ਪਵਾ ਲਓ, ਰੁੱਖੀ ਦੇ ਦਿਓ, ਪਰ ਮੈਂ ਨੰਗਾ ਨਹੀਂ ਰਹਿ ਸਕਦਾ, ਗਰਮੀ ਸਰਦੀ ਨਾਲ ਮੈਂ ਬੇਹਾਲ। ਜਿਹੜੀ ਚੀਜ਼ ਦੀ ਲੋੜ ਹੈ ਉਹ ਤਾਂ ਦਿਓ। ਮੁਸੀਬਤ ਵਿੱਚ ਮਨੁੱਖ ਮੁਸੀਬਤ ਤੋਂ ਛੁਟਕਾਰਾ ਮੰਗਦਾ ਹੈ, ਦੁੱਖਾਂ ਵਿੱਚ ਮਨੁੱਖ ਦੁੱਖ ਤੋਂ ਮੁਕਤੀ ਮੰਗਦਾ ਹੈ। ਪਰ ਸਾਹਾਂ ਦੀ ਲੜੀ ਟੁੱਟ ਰਹੀ ਹੋਵੇ ਤੇ ਮਹਾਰਾਜ ਆਖਣ ਵੀ ਕੋਈ ਸੱਦਰ ਕੋਈ ਇੱਛਾ, ਤੇ ਭਾਈ ਸਾਹਿਬ ਜੀ ਆਖਣ ਮਹਾਰਾਜ ਸਿੱਖੀ ਦਾਨ ਬਖਸ਼ੋ। ਕੀ ਹੈ ਸਿੱਖੀ ਉਹਨਾਂ ਦੀ ਦ੍ਰਿਸ਼ਟੀ ਵਿੱਚ? ਕੀ ਹੈ ਗੁਰੂ ਨਾਲ ਰਿਲੇਸ਼ਨ ਉਹਨਾਂ ਦੀ ਦ੍ਰਿਸ਼ਟੀ ਵਿੱਚ? ਸਿੱਖੀ ਦਾ ਬੇਸ, ਸਿੱਖੀ ਦਾ ਮੁੱਢ, ਸਿੱਖੀ ਦੇ ਥੰਮ ਨੇ ਐਸੇ ਲੋਕ ਜਿਨ੍ਹਾਂ ਨੇ ਪੈੜਾਂ ਸਿਰਜ ਦਿੱਤੀਆਂ, ਜਿਨ੍ਹਾਂ ਨੇ ਤਾਰੀਖ ਦੇ ਵਿੱਚ ਇਹ ਰਾਹ ਰਸਤੇ ਬਣਾ ਦਿੱਤੇ। ਔਰ ਇਥੋਂ ਟੋਹ ਮਿਲ ਜਾਏ ਸਾਨੂੰ ਵੀ ਸਿੱਖੀ ਕਿੱਡੀ ਅਮੋਲਕ ਦਾਤ ਹੈ, ਕਿੱਡੀ ਉੱਚੀ ਚੀਜ਼ ਹੈ। ਗੁਰੂ ਨਾਲ ਰਿਲੇਸ਼ਨ, ਗੁਰੂ ਨਾਲ ਸਾਂਝ ਹੋਣੀ, ਉਹ ਸਾਂਝ ਵਿੱਚ ਹੀ ਸਾਰੇ ਸੁੱਖ ਤੇ ਆਨੰਦ ਪਏ ਹੋਏ ਨੇ। ਜਦੋਂ ਭਗਤ ਜੀ ਇਹ ਬਚਨ ਕਹਿ ਰਹੇ ਨਾ ਵੀ ਆਚਰਣ, ਸਿੱਖੀ ਕੀ ਮੰਗੇ? ਗੁਰੂ ਵਾਲਾ ਆਚਰਣ ਮਿਲ ਜਾਏ। ਤੇ ਗੁਰੂ ਦਾ ਆਚਰਣ ਕੀ ਹੈ? ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਗੁਰੂ ਦਾ ਆਚਰਣ ਕੀ ਹੈ? ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਗੁਰੂ ਦਾ ਆਚਰਣ ਕੀ ਹੈ? ਬਾਣੀ ਚੋਂ ਵੇਖੀਏ। ਜੇ ਘਟ ਜਾਏ, ਘਟ ਮਤਲਬ ਸਰੀਰ, ਤਾਂ ਭਾਉ ਨਾ ਜਾਸੀ, ਹਰ ਕੇ ਚਰਨ ਨਿਵਾਸ। ਤਾਂ ਮੰਗੀ ਉਹ ਚੀਜ਼ ਜਿਹੜੀ ਗੁਰੂ ਦੇ ਆਚਰਣ 'ਚ ਹੈ। ਸੰਤ ਆਚਰਣ, ਸੰਤ ਚੋਂ ਮਾਰਗ, ਉਹਨਾਂ ਦਾ ਜੀਵਨ ਰਸਤਾ, ਜਿਹੜੇ ਰਾਹ ਤੇ ਉਹ ਤੁਰਦੇ ਨੇ ਮੈਂ ਵੀ ਉਸੇ ਰਾਹ ਤੇ ਤੁਰਾਂ। ਸੰਤ 'ਚ ਉਲ ਗਣੀ, ਉਲ ਕਹਿੰਦੇ ਹਨ ਸੇਵਾਦਾਰ ਨੂੰ, ਦਾਸ ਨੂੰ। ਮੈਂ ਰੱਬੀ ਪਿਆਰਿਆਂ ਦੀ ਜਿਹੜੀ ਸੇਵਾ ਕਰਦੇ ਨੇ, ਮੈਂ ਗਾਂ ਉਹਨਾਂ ਦਾ ਵੀ ਸੇਵਾਦਾਰ ਬਣ ਜਾਵਾਂ, ਮੈਂ ਦਾਸਾਂ ਦਾ ਵੀ ਦਾਸ ਬਣ ਜਾਵਾਂ। ਫਿਰ ਅੱਗੇ ਫਰਮਾਉਂਦੇ ਨੇ ਔਰ ਇੱਕ ਮੰਗੋ ਭਗਤ ਚਿੰਤਾ ਮਨ, ਤੇ ਮੈਂ ਇੱਕੋ ਚੀਜ਼ ਮੰਗਦਾ, ਹੈ ਮੇਰੇ ਮਾਲਕ ਵਾਹਿਗੁਰੂ, ਸਭ ਚਿੰਤਾਵਾਂ, ਪਰੇਸ਼ਾਨੀਆਂ ਤੇ ਉਲਝਣਾਂ ਨੂੰ ਦੂਰ ਕਰਨ ਵਾਲੀ ਤੇਰੀ ਇਬਾਦਤ, ਤੇਰੇ ਗੁਣ, ਤੇਰੀ ਬੰਦਗੀ, ਤੇਰਾ ਪ੍ਰੇਮ, ਤੇਰਾ ਅਹਿਸਾਸ। ਫਿਰ ਫਰਮਾਉਂਦੇ ਨੇ ਜਣੀ ਲਖਾਵੋ ਅਸੰਤ ਪਾਪੀ ਸਨ। ਪਰ ਇੱਕ ਮੇਰੀ ਅਰਦਾਸ ਇਹ ਹੈ ਵੀ ਜਿੱਥੇ ਨੇਕ ਵਕਤ ਲੋਕਾਂ ਦੀ ਸੰਗਤ ਮਿਲੇ, ਤੇਰੀ ਇਬਾਦਤ ਮਿਲੇ, ਉੱਥੇ ਅਸੰਤ ਪਾਪੀ ਸਨ। ਭੈੜੇ ਪੁਰਖਾਂ ਦੀ ਸੰਗਤ ਦਾ ਮੈਨੂੰ ਬਚਾਅ ਵੀ ਮਿਲੇ। ਯਾਨੀ ਕਿ ਮਾੜੇ ਭੈੜੇ ਪੁਰਖਾਂ ਦੀ, ਦੁਰਜਨ ਵੈਰੀ ਕਿਸਮ ਦੇ ਲੋਕਾਂ ਦੀ, ਮੰਦੇ ਆਚਰਣ ਵਾਲਿਆਂ ਦੀ ਸੰਗਤ ਤੋਂ ਮੈਨੂੰ ਬਚਾ ਕੇ ਵੀ ਰੱਖਣਾ। ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਉਹ ਕਿਉਂਕਿ ਉਹਨਾਂ ਦਾ ਸੁਭਾਅ ਕਿ ਉਹਨਾਂ ਗੁਣ ਗ੍ਰਹਿਣ ਨਹੀਂ ਕਰਨਾ। ਉਹ ਇਹ ਵੇਖਣਗੇ, ਕਿਉਂਕਿ ਉਹਨਾਂ ਨੇ ਉਦਾਹਰਣ ਕੀ ਦਿੱਤੀ, ਮਾਖੀ ਚੰਦਨ ਪਰ ਹਰੈ ਜਾਂ ਬਗੰਦ ਤਾਂ ਜਾਏ। ਮੱਖੀ ਚੰਦਨ ਤੇ ਕਦੇ ਨਹੀਂ ਬਹਿੰਦੀ, ਗੰਦਗੀ ਦੇ ਢੇਰ ਤੇ ਜ਼ਰੂਰ ਜਾਂਦੀ। ਇਸ ਕਰਕੇ ਐਸੇ ਲੋਕਾਂ ਦੀ ਸੋਭਤ ਵਿੱਚ ਅਸੀਂ ਕੀ ਖੱਟਾਂਗੇ, ਕੀ ਕਮਾਵਾਂਗੇ? ਇਸ ਲਈ ਮੰਗਿਆ ਵੀ ਐਸੇ ਲੋਕਾਂ ਦੀ ਸੰਗਤ ਤੋਂ ਬਚਾਉਣਾ। ਤੇ ਫਿਰ ਫਰਮਾਇਆ ਰਵਿਦਾਸ ਭਣੈ। ਰਵਿਦਾਸ ਜੀ ਆਖਦੇ ਹਨ ਜੋ ਜਾਣੈ, ਜਿਹੜਾ ਸਮਝ ਗਿਆ ਸੋ ਜਾਣ, ਉਹ ਅਕਲਮੰਦ ਹੋ ਗਿਆ, ਵਿਵੇਕੀ ਹੋ ਗਿਆ, ਉੱਚੀ ਸੁਰਤ ਵਾਲਾ ਹੋ ਗਿਆ। ਕੀ ਸੰਤ ਅਨੰਤ ਹੈ ਅੰਤਰ ਨਾਹੀ। ਸਤ ਸੰਗਤ ਵਿੱਚ ਤੇ ਸਤ ਸੰਗਤ ਜਿਸ ਚੀਜ਼ ਦੀ ਚਰਚਾ ਕਰਦੀ ਹੈ, ਉਸ ਪਰਮੇਸ਼ਰ ਅਨੰਤ ਵਾਹਿਗੁਰੂ ਵਿੱਚ ਕੋਈ ਭੇਦ ਨਹੀਂ। ਸੰਤ ਅਨੰਤ ਹੈ ਅੰਤਰ ਨਾਹੀ। ਜਿਵੇਂ ਸੂਰਜ ਦੀਆਂ ਕਿਰਨਾਂ ਤੇ ਸੂਰਜ ਭਿੰਨ ਭਿੰਨ ਨਹੀਂ ਹਨ, ਇਸੇ ਤਰ੍ਹਾਂ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਾਹਿਬ ਕਿਰਪਾ ਕਰਨ ਇਹ ਮੁਬਾਰਕ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ, ਸੁਰਤ ਦਾ ਹਿੱਸਾ ਬਣੇ। ਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।